Saddam Hussein. Saddam Hussein. Saddam Hussein. Saddam Hussein. Saddam Hussein. Saddam Hussein. Danger. Continuing danger. Hour of danger. ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਫੈਕਟ ਪੰਜਾਬ ਉੱਤੇ। ਦੋਸਤੋ ਅੱਜ ਅਸੀਂ ਜਿਸ ਇਨਸਾਨ ਬਾਰੇ ਗੱਲ ਕਰਨ ਜਾ ਰਹੇ ਹਾਂ ਉਸ ਇਨਸਾਨ ਨੂੰ ਕੋਈ ਰੱਬ ਮੰਨੀ ਬੈਠਾ ਤੇ ਕੋਈ ਸ਼ੈਤਾਨ। ਹਾਂਜੀ ਆਪਾਂ ਗੱਲ ਕਰਾਂਗੇ ਸਦਾਮ ਹੁਸੈਨ ਦੀ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਥੰਬ ਕਹੇ ਜਾਣ ਵਾਲੇ ਕਲਾਕਾਰ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵੱਲੋਂ ਆਪਣੇ ਗੀਤਾਂ ਵਿੱਚ ਸਦਾਮ ਹੁਸੈਨ ਦਾ ਜ਼ਿਕਰ ਇੰਜ ਕੀਤਾ ਗਿਆ। ਹੁਣ ਮੈਨੂੰ ਲੱਗਦਾ ਏ ਜੱਟ ਸੀ ਸਦਾਮ ਹੁਸੈਨ ਦੇ ਬਿਆਨਾਂ ਵਰਗੇ ਗੱਭਰੂ ਲਿਖਦਾ ਗਾਣੇ ਨੀ। ਇੱਥੋਂ ਤੱਕ ਕਿ ਅਰਜਨ ਢਿੱਲੋਂ ਨੇ ਵੀ ਆਪਣੇ ਗੀਤ ਕੱਲੀ ਸੋਹਣੀ ਵਿੱਚ ਸਦਾਮ ਹੁਸੈਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੱਭਰੂ ਦੀ ਅੜੀਆ ਸਦਾਮ ਵਰਗੀ। ਛੱਡਣਾ ਵੀ ਨਾ ਕਰੇ ਮੁੰਡੇ ਦੀ ਵੀ ਅੜੀਆ ਸਦਾਮ ਵਰਗੀ। ਸੋ ਦੋਸਤੋ ਕੋਈ ਤਾਂ ਗੱਲਬਾਤ ਹੋਵੇਗੀ ਇਸ ਇਨਸਾਨ ਵਿੱਚ ਜਿਸ ਦੀ ਵਜ੍ਹਾ ਕਰਕੇ ਅੱਜ ਗਾਣਿਆਂ ਤੇ ਫਿਲਮਾਂ ਵਿੱਚ ਇਸ ਬੰਦੇ ਦਾ ਜ਼ਿਕਰ ਹੁੰਦਾ। ਸਦਾਮ ਹੁਸੈਨ ਆਪਣੇ ਦੇਸ਼ ਅਤੇ ਲੋਕਾਂ ਦੀ ਖਾਤਰ ਅਮਰੀਕਾ ਜਿਸ ਨੂੰ ਵਰਲਡ ਪਾਵਰ ਕਹਿ ਲਈਏ ਕੋਈ ਹਰਜ ਨਹੀਂ ਨਾਲ ਟੱਕਰ ਲੈ ਗਿਆ। ਸਦਾਮ ਨੇ ਆਪਣੇ ਦੇਸ਼ ਵਿੱਚ ਜਿੱਥੇ ਤਰੱਕੀ ਕੀਤੀ ਉੱਥੇ ਹੀ ਕਈ ਅਜਿਹੇ ਕੰਮ ਕੀਤੇ ਜਿਨ੍ਹਾਂ ਦੀ ਵਜ੍ਹਾ ਕਰਕੇ ਮਿਡਲ ਈਸਟ ਦੇ ਲੋਕ ਉਸ ਨੂੰ ਹਿਟਲਰ ਆਖਦੇ ਹਨ। ਸੋ ਵੀਡੀਓ ਵਿੱਚ ਅਸੀਂ ਸਦਾਮ ਦੇ ਦੋਨੋਂ ਪੱਖ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਅਤੇ ਬਾਅਦ ਵਿੱਚ ਇਹ ਤੁਸੀਂ ਫੈਸਲਾ ਕਰਕੇ ਸਾਨੂੰ ਕਮੈਂਟ ਕਰਨਾ ਕਿ ਸਦਾਮ ਸੱਚੀ ਰੱਬੀ ਰੂਹ ਸੀ ਜਾਂ ਫਿਰ ਸ਼ੈਤਾਨ। ਸੋ ਹੁਣ ਵੀਡੀਓ ਸ਼ੁਰੂ ਕਰਦੇ ਹਾਂ। ਸਦਾਮ ਹੁਸੈਨ ਦਾ ਜਨਮ 28 ਅਪ੍ਰੈਲ 1937 ਨੂੰ ਅਲ ਅਫਜ਼ਾ ਇਰਾਕ ਵਿੱਚ ਹੋਇਆ। ਸਦਾਮ ਦੇ ਜਨਮ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਦਾ ਪਿਤਾ ਹੁਸੈਨ ਅਬਦ ਅਲ ਮਾਜਿਦ ਗਾਇਬ ਹੋ ਗਿਆ ਅਤੇ ਮੁੜ ਕੇ ਕਦੇ ਨਹੀਂ ਮਿਲਿਆ। ਸਦਾਮ ਦੇ ਜਨਮ ਤੋਂ ਥੋੜ੍ਹਾ ਸਮਾਂ ਬਾਅਦ ਉਸ ਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ। ਦੱਸ ਦਈਏ ਕਿ ਸਦਾਮ ਦਾ ਇੱਕ ਵੱਡਾ ਭਰਾ ਵੀ ਸੀ ਪਰ ਬਿਮਾਰੀ ਦੇ ਚੱਲਦਿਆਂ ਉਹ ਛੋਟੀ ਉਮਰ ਵਿੱਚ ਇਸ ਦੁਨੀਆ ਨੂੰ ਛੱਡ ਕੇ ਚਲੇ ਗਿਆ। ਤੁਸੀਂ ਇੱਥੋਂ ਅੰਦਾਜ਼ਾ ਲਾ ਹੀ ਸਕਦੇ ਹੋ ਕਿ ਸਦਾਮ ਦਾ ਬਚਪਨ ਕਿੰਨਾਂ ਹਾਲਾਤਾਂ ਵਿੱਚ ਗੁਜ਼ਰਿਆ ਹੋਵੇਗਾ ਅਤੇ ਇਹਨਾਂ ਹਾਲਾਤਾਂ ਨੂੰ ਹੋਰ ਬੱਤਰ ਬਣਾ ਦਿੱਤਾ ਉਸ ਦੇ ਸੁਤੇਲੇ ਬਾਪ ਨੇ। ਸਦਾਮ ਦਾ ਸੁਤੇਲਾ ਬਾਪ ਉਸ ਦੀ ਬਹੁਤ ਕੁੱਟਮਾਰ ਕਰਦਾ ਸੀ ਜਿਸ ਦੀ ਵਜ੍ਹਾ ਕਰਕੇ ਸਿਰਫ 10 ਸਾਲ ਦੀ ਉਮਰ ਵਿੱਚ ਸਦਾਮ ਆਪਣਾ ਘਰ-ਬਾਰ ਛੱਡ ਕੇ ਆਪਣੇ ਅੰਕਲ ਕੋਲ ਬਗਦਾਦ ਪਹੁੰਚ ਗਿਆ। ਅੰਕਲ ਕੋਲ ਰਹਿੰਦਿਆਂ ਹੀ ਸਦਾਮ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਲਗਭਗ 20 ਸਾਲ ਦੀ ਉਮਰ ਵਿੱਚ ਉਹ ਬਾਥ ਨਾਮ ਦੀ ਪਾਰਟੀ ਵਿੱਚ ਜੁਆਇਨ ਹੋ ਗਿਆ। ਸਦਾਮ ਦੇ ਸੁਪਨੇ ਵੱਡੇ ਸੀ ਅਤੇ ਇਸੇ ਲਈ ਉਹ ਆਪਣੀ ਪਾਰਟੀ ਵਿੱਚ ਉੱਚੇ ਅਹੁਦੇ ਤੇ ਜਾਣਾ ਚਾਹੁੰਦਾ ਸੀ। ਸੋ ਸਦਾਮ ਨੇ ਆਪਣੇ ਸਾਥੀ ਅਬਦੁਲ ਅਲ ਕਰੀਮ ਜੋ ਕਿ ਉਸ ਵੇਲੇ ਜਰਨਲ ਸੀ ਨਾਲ ਮਿਲ ਕੇ ਇਰਾਕ ਦੇ ਰਾਜੇ ਫੈਜ਼ਲ ਨੂੰ ਉਸ ਦੀ ਪਦਵੀ ਤੋਂ ਹੇਠਾਂ ਲਾਉਣ ਦਾ ਪਲਾਨ ਬਣਾਇਆ। ਇਸ ਤਰ੍ਹਾਂ ਪੂਰੀ ਪਲੈਨਿੰਗ ਦੇ ਨਾਲ ਫੈਜ਼ਲ ਨੂੰ 1958 ਵਿੱਚ ਪਦਵੀ ਤੋਂ ਹਟਾ ਦਿੱਤਾ ਗਿਆ। ਇਸ ਤਰ੍ਹਾਂ ਸਦਾਮ ਦਾ ਸਾਥੀ ਜਰਨਲ ਅਬਦੁਲ ਅਲ ਕਰੀਮ ਸੱਤਾ ਵਿੱਚ ਆ ਜਾਂਦਾ ਹੈ ਪਰ ਅਬਦੁਲ ਹੁਣ ਆਪਣੇ ਵਾਅਦੇ ਭੁੱਲ ਕੇ ਸਦਾਮ ਦੇ ਖਿਲਾਫ ਹੋ ਜਾਂਦਾ ਹੈ। ਗੁੱਸੇ ਵਿੱਚ ਸਦਾਮ ਅਬਦੁਲ ਤੇ ਗੋਲੀ ਚਲਾ ਦਿੰਦਾ ਹੈ ਪਰ ਗੋਲੀ ਅਬਦੁਲ ਨੂੰ ਛੂਹ ਕੇ ਲੰਘ ਜਾਂਦੀ ਹੈ ਅਤੇ ਉਹ ਬਚ ਜਾਂਦਾ ਹੈ। ਅਬਦੁਲ ਸਦਾਮ ਨੂੰ ਮਾਰਨ ਦਾ ਹੁਕਮ ਜਾਰੀ ਕਰ ਦਿੰਦਾ ਹੈ ਪਰ ਸਦਾਮ ਬਚ ਕੇ ਸੀਰੀਆ ਤੋਂ ਇਜਿਪਟ ਚਲੇ ਜਾਂਦਾ ਹੈ। ਲਾਅ ਦੀ ਪੜ੍ਹਾਈ ਪੂਰੀ ਕਰਕੇ ਸਦਾਮ ਵਾਪਸ ਇਰਾਕ ਆਉਂਦਾ ਹੈ 1963 ਵਿੱਚ ਪਰ ਇਰਾਕ ਆਉਂਦਿਆਂ ਹੀ ਸਦਾਮ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ। 1966 ਦੇ ਕਰੀਬ ਸਦਾਮ ਜੇਲ੍ਹ ਵਿੱਚੋਂ ਭੱਜਣ 'ਚ ਕਾਮਯਾਬ ਹੋ ਜਾਂਦਾ ਹੈ ਅਤੇ 1968 ਤੱਕ ਅੰਡਰਗਰਾਊਂਡ ਹੀ ਰਹਿੰਦਾ ਹੈ। 1968 ਵਿੱਚ ਇਰਾਕ ਦਾ ਨਵਾਂ ਪ੍ਰੈਜ਼ੀਡੈਂਟ ਬਣਦਾ ਹੈ ਅਹਿਮਦ ਹਸਨ ਅਲ ਬਕਰ। ਅਹਿਮਦ ਹਸਨ ਸਦਾਮ ਨੂੰ ਆਪਣਾ ਪ੍ਰਮੁੱਖ ਸਲਾਹਕਾਰ ਰੱਖ ਲੈਂਦਾ ਹੈ। ਲਗਭਗ 10 ਸਾਲਾਂ ਤੱਕ ਸਦਾਮ ਅਹਿਮਦ ਦੇ ਪਿੱਛੇ ਰਹਿ ਕੇ ਉਸ ਤੋਂ ਸਾਰੇ ਕੰਮ ਕਰਵਾਉਂਦਾ ਰਿਹਾ। ਇਸ ਸਮੇਂ ਦੌਰਾਨ ਇਰਾਕ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਈ। ਪਿੰਡਾਂ ਵਿੱਚ ਹਰ ਇੱਕ ਸਹੂਲਤ ਮੁਹੱਈਆ ਕਰਵਾਈ ਗਈ। ਇਸ ਤਰ੍ਹਾਂ ਮੌਕਾ ਦੇਖ ਕੇ 1979 ਵਿੱਚ ਸਦਾਮ ਹੁਸੈਨ ਖੁਦ ਪ੍ਰੈਜ਼ੀਡੈਂਟ ਬਣ ਗਿਆ। ਸਦਾਮ ਦੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਅਮਰੀਕਾ ਵੀ ਬਹੁਤ ਖੁਸ਼ ਹੋਇਆ। ਪ੍ਰੈਜ਼ੀਡੈਂਟ ਬਣਨ 'ਤੇ ਜਿੱਥੇ ਸਦਾਮ ਨੇ ਆਪਣੇ ਸਾਰੇ ਵਿਰੋਧੀ ਮਾਰ ਦਿੱਤੇ ਉੱਥੇ ਹੀ ਅਮਰੀਕਾ ਦੇ ਕਹਿਣ 'ਤੇ ਕਈ ਲੋਕਾਂ ਨੂੰ ਸੂਲੀ ਵੀ ਚਾੜ ਦਿੱਤਾ। ਅਮਰੀਕਾ ਸ਼ੁਰੂ ਵਿੱਚ ਸਦਾਮ ਦੇ ਸਾਰੇ ਗਲਤ ਕੰਮਾਂ 'ਤੇ ਪਰਦਾ ਪਾਉਂਦਾ ਰਿਹਾ ਪਰ ਹੌਲੀ ਸਦਾਮ ਨੂੰ ਪਾਵਰ ਦਾ ਨਸ਼ਾ ਚੜ੍ਹਨ ਲੱਗਾ ਅਤੇ ਉਹ ਆਪਣੀ ਮਨਮਰਜ਼ੀ ਵੀ ਕਰਨ ਲੱਗਾ। ਸਦਾਮ ਨੇ ਬਹੁਤ ਸਾਰੇ ਲੋਕਾਂ ਦੀ ਜਾਨ ਲਈ ਜੋ ਵੀ ਉਸ ਦੇ ਵਿਰੁੱਧ ਆਵਾਜ਼ ਉਠਾਉਂਦੇ। 1979 ਦੇ ਦੌਰਾਨ ਅਮਰੀਕਾ ਨੇ ਆਪਣੀ ਤੇਲ ਦੀ ਪਿਆਸ ਬੁਝਾਉਣ ਲਈ ਈਰਾਨ ਅਤੇ ਇਰਾਕ ਦੀ ਆਪਸ ਵਿੱਚ ਜੰਗ ਕਰਵਾ ਦਿੱਤੀ।
ਇਹ ਯੁੱਧ ਇੱਕ ਨਹੀਂ ਦੋ ਨਹੀਂ ਸਗੋਂ ਪੂਰੇ 8 ਸਾਲਾਂ ਤੱਕ ਚੱਲਦਾ ਰਿਹਾ, ਜਿਸ ਦੀ ਵਜ੍ਹਾ ਕਰਕੇ ਦੋਨਾਂ ਦੇਸ਼ਾਂ ਦਾ ਕਾਫੀ ਨੁਕਸਾਨ ਹੋਇਆ। ਪਰ ਇਸ ਨੁਕਸਾਨ ਵਿੱਚ ਅਮਰੀਕਾ ਨੇ ਪੂਰਾ ਫਾਇਦਾ ਲਿਆ। ਅਮਰੀਕਾ ਹਮੇਸ਼ਾ ਚਾਹੁੰਦਾ ਹੈ ਕਿ ਯੁੱਧ ਚੱਲਦੇ ਰਹਿਣ, ਕਿਉਂਕਿ ਇਸ ਤਰ੍ਹਾਂ ਉਹ ਦੇਸ਼ਾਂ ਨੂੰ ਹਥਿਆਰ ਅਤੇ ਕਰਜ਼ੇ ਦੇ ਆਪਣੇ ਥੱਲੇ ਲਾ ਲੈਂਦੇ ਹਨ। युद्ध जद खत्म हुंदा तां सदाम नूं जेतू करार दे दिता जांदा, क्योंकि सदाम उपर अमेरिका दा हथ सी। इस तों बाद सदाम ने अपने गवांढी देश कुवैत ते हमला कर दिता। सदाम ने ईरान नाल जंग वेले कुवैत तों $30 बिलियन दा करजा लिया सी। हुण सवाल ये उठदा है कि करजा तां लिया ठीक, पर हमला क्यों कीता? तां दस दईए कि इस हमले दे दो पहलू हन। कई कहते हैं कि सदाम चाहता सी कि कुवैत उसका $30 बिलियन का एक करजा माफ़ कर देवे, पर कुवैत ने इनकार कर दिता ते गुस्से विच सदाम ने हमला कर दिता। पर कई लोग ये भी कहते हैं कि जब सदाम कुछ होर करजा लैण लई कुवैत गया तो कुवैत के मोहरी बंदियां ने उसकी बेइज्जती की अते कहा कि थोड़े देश दीयां औरतां बड़ियां सोहणियां ने, अगली वारी साडे लई लैके आई। इसे गल की वजह करके सदाम ने कुवैत नाल युद्ध शुरू कर लिया। सदाम के इस फैसले तो बाद अमेरिका ने देखा कि सदाम दिनों दिन शक्तिशाली हुंदा जा रहा अते ये साडे लई खतरनाक साबित हो सकता। सो इसलिए अमेरिका सदाम के खिलाफ हो गया। अमेरिका ने इराक के इंपोर्ट और एक्सपोर्ट को पूरी तरह बंद कर दिता। अमेरिका ने बयान दिता कि 15 जनवरी 1991 तक इराक कुवैत नूं छड्ड के चले जावे, नहीं तो नतीजे भुगतने पैणगे। पर सदाम ने इस वल ध्यान ना दिता। इस तो बाद यूनाइटेड नेशन ने 35 देशों नूं जोड़ के इराक नूं कुवैत चों बाहर कढ दिता। इस वार विच इराक का काफ़ी नुकसान होया। हुण अमेरिका किवें ना किवें सदाम नूं मारन दा प्लैन बनाउण लगा। इस दौरान अमेरिका के ट्विन टावर उपर हमला होया अते इस हमले का दोषी अमेरिका ने सदाम नूं ठहराया। पर असल सच की सी, किवें यह सब सोची समझी चाल सी, इस बारे असी चंगी तरह अपने डार्क टाइम चैनल की वीडियो विच दस चुके हाँ। जेकर तुसीं ये वीडियो नहीं देखी तो डिस्क्रिप्शन च दिते लिंक उपर क्लिक करके ये वीडियो जरूर देखना। सो दोस्तों, ट्विन टावर की घटना नाल अमेरिका नूं सदाम नूं नप्पण दा मौका मिल गया। अखीर 20 मार्च 2003 नूं अमेरिका के फौजियां ने सदाम नूं एक पिंड के बंकर विचों कई करोड़ां रुपए दे नाल फड़ लिया अते 13 दसंबर 2003 नूं उसनूं अमेरिका ले आंदा गया। सदाम नूं फांसी की सज़ा सुनाई गई, पर सदाम ने बयान दिता कि उसनूं गोली मारी जावे। सदाम का कहना सी कि अमेरिका उस कोलों डरदा है अते वो नहीं चाहता कि उसका देश उस तो उपर उठ जाए। इसलिए अमेरिका मेरे देश का तेल हड़प्पण लई उसनूं झूठा साबित करना चाहता है। पर अखीर 30 दसंबर 2006 नूं सदाम नूं फांसी ला दी गई। सदाम की फांसी की वीडियो बनाई गई जो बाद में इंटरनेट उपर काफ़ी वायरल भी हुई। दोस्तों, अखीर विच असीं यही कहना चाहांगे कि सदाम तां एक कठपुतली सी जिसनूं अमेरिका ने पहलां पालिया सी, पर जद सदाम अपने लोकां अपने देश के हक्कां लई लड़न लगा तां अमेरिका ने यह कठपुतली झूठे केस पा के खत्म कर दित्ती। सो दोस्तों, ये सी साडी अज दी वीडियो। जेकर वीडियो चंगी लगी तो वीडियो नूं लाइक अते चैनल नूं सबसक्राइब जरूर कर लेना। कमेंट सैक्शन 'च अपनी राय देना ना भुल्लिओ कि सदाम विलन सी जां फिर हीरो।